ਮੈਨੂੰ ਯਾਦ ਹੈ ਕਿ ਇੱਕ ਕੋਨੇ ਤੇ ਸਾਨੂੰ ਨਾ ਮੇਰੇ ਫਾਦਰ ਨੇ ਬਿਠਾ ਲੈਣਾ ਤੇ ਬਿਠਾ ਕੇ ਉਹਨਾਂ ਨੇ ਨਾ ਪਹਿਲਾਂ ਤਾਂ ਸ਼ਰਾਬ ਬਹੁਤ ਜ਼ਿਆਦਾ ਪੀਤੀ ਹੋਣੀ, ਮੇਰੇ ਮਦਰ ਨੂੰ ਵੀ ਕੁੱਟਣਾ, ਕੁੱਟਣ ਤੋਂ ਬਾਅਦ ਸਾਨੂੰ ਪੁੱਛਣਾ ਵੀ ਤੂੰ ਕਿਹਦੇ ਨਾਲ ਰਹਿਣਾ। ਇੱਕ ਟਾਈਮ ਤੇ ਇਹੋ ਜਿਹਾ ਸੀਗਾ ਕਿ ਅਸੀਂ ਕਿਰਾਏ ਤੇ ਰਹਿੰਦੇ ਸੀ, ਮੇਰੇ ਮਦਰ ਆਟਾ ਗੁੰਨ ਰਹੇ ਸੀਗੇ, ਆ ਕੇ ਉਹਨਾਂ ਨੇ ਮੇਰੇ ਮਦਰ ਦੇ ਪੇਚਕਾਸ ਮਾਰਨੇ ਸ਼ੁਰੂ ਕਰ ਦਿੱਤੇ ਸਿਰ ਦੇ ਵਿੱਚ। ਮੇਰੇ ਮਦਰ ਨੇ ਅੰਦਰ ਕੁੰਡਾ ਲਾ ਲਿਆ, ਮੇਰੇ ਫਾਦਰ ਨੇ ਦਰਵਾਜ਼ਾ ਤੋੜਤਾ, ਗਲੇ ਤੇ ਪੈਰ ਰੱਖ ਦਿੱਤਾ ਕਿ ਅੱਜ ਤੈਨੂੰ ਮੈਂ ਮਾਰ ਹੀ ਦੇਣਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਕੀਰਤੀ ਗਿੱਲ ਜਲੰਧਰ ਦੀ ਰਹਿਣ ਵਾਲੀ ਹਾਂ ਤੇ ਪੇਸ਼ੇ ਤੋਂ ਇੱਕ ਪੱਤਰਕਾਰ ਹਾਂ। ਸੋ ਜੇ ਮੈਂ ਗੱਲ ਕਰਾਂ ਜ਼ਿੰਦਗੀ ਦੀ ਆਪਣੀ, ਤੇ ਮੇਰੀ ਜ਼ਿੰਦਗੀ ਕੁਛ ਇਹੋ ਜਿਹੀ ਸੀ ਕਿਉਂਕਿ ਮੈਂ ਇੱਕ ਦਲਿਤ ਪਰਿਵਾਰ ਤੋਂ ਹਾਂ ਤੇ ਦਲਿਤ ਪਰਿਵਾਰ 'ਚੋਂ ਬਹੁਤ ਰੇਅਰ ਕੁੜੀਆਂ ਹੁੰਦੀਆਂ ਨੇ ਜਿਹੜੀਆਂ ਇੱਕ ਮੁਕਾਮ ਹਾਸਲ ਕਰਦੀਆਂ ਨੇ ਤੇ ਇੱਕ ਲੈਵਲ ਤੇ ਆ ਕੇ ਖੜੀਆਂ ਹੋ ਜਾਂਦੀਆਂ ਤੇ ਸੀਨਾ ਚੌੜਾ ਕਰਕੇ ਕਹਿੰਦੀਆਂ ਵੀ ਮੈਂ ਜ਼ਿੰਦਗੀ 'ਚ ਬੜਾ ਕੁਛ ਹਾਸਲ ਕਰ ਲਿਆ, ਬੜਾ ਕੁਛ ਪਾ ਲਿਆ। ਕਿਉਂਕਿ ਜਦੋਂ ਮੈਂ ਬਚਪਨ ਦੇ ਵਿੱਚ ਜੇ ਗੱਲ ਕਰਾਂ ਤੇ ਮੈਨੂੰ ਯਾਦ ਹੈ ਕਿ ਜਦੋਂ ਮੈਂ ਛੋਟੀ ਸੀ ਤੇ ਸਾਡੇ ਘਰ ਅਸੀਂ ਕਿਰਾਏ ਤੇ ਰਹਿੰਦੇ ਸੀਗੇ, ਛੋਟਾ ਜਿਹਾ ਕਮਰਾ ਹੁੰਦਾ ਸੀਗਾ ਤੇ ਕਮਰੇ ਦੇ ਵਿੱਚ ਮੇਰੇ 3 ਭੈਣ ਭਰਾ ਆ, ਮੰਮੀ ਪਾਪਾ ਰਹਿੰਦੇ ਸੀ ਤੇ ਨਾਨੀ ਵੀ ਸਾਡੇ ਕੋਲ ਰਹਿੰਦੀ ਸੀ ਕਿਉਂਕਿ ਮੇਰੇ ਮਾਮਾ ਜੀ ਸੀਗੇ, ਉਹਨਾਂ ਨੇ ਘਰੋਂ ਕੱਢ ਦਿੱਤਾ ਸੀ ਮੇਰੇ ਨਾਨੀ ਜੀ ਨੂੰ। ਪਿੰਡੇ ਹੰਡਾਈਆਂ ਚੀਜ਼ਾਂ ਉਹ ਦੇਖੀਆਂ ਕਿਉਂਕਿ ਪਹਿਲਾਂ ਤਾਂ ਨਹੀਂ ਸੀ ਪਤਾ ਕਿ ਫਾਦਰ ਡਰਿੰਕ ਕਰਦੇ ਕਿਉਂਕਿ ਛੋਟੇ ਸੀਗੇ। ਜਦੋਂ ਥੋੜਾ ਹੋਸ਼ ਸੰਭਾਲਿਆ, ਘਰ ਦੇ ਐਟਮੋਸਫੀਅਰ ਨੂੰ ਦੇਖਣਾ, ਕਿ ਮੈਨੂੰ ਯਾਦ ਹੈ ਕਿ ਇੱਕ ਕੋਨੇ ਤੇ ਸਾਨੂੰ ਨਾ ਮੇਰੇ ਫਾਦਰ ਨੇ ਬਿਠਾ ਲੈਣਾ ਤੇ ਬਿਠਾ ਕੇ ਉਹਨਾਂ ਨੇ ਨਾ ਪਹਿਲਾਂ ਤਾਂ ਸ਼ਰਾਬ ਬਹੁਤ ਜ਼ਿਆਦਾ ਪੀਤੀ ਹੋਣੀ, ਮੇਰੇ ਮਦਰ ਨੂੰ ਵੀ ਕੁੱਟਣਾ, ਕੁੱਟਣ ਤੋਂ ਬਾਅਦ ਸਾਨੂੰ ਪੁੱਛਣਾ ਵੀ ਤੂੰ ਕਿਹਦੇ ਨਾਲ ਰਹਿਣਾ, ਤੂੰ ਮੰਮੀ ਦੇ ਨਾਲ ਰਹਿਣਾ ਜਾਂ ਮੇਰੇ ਨਾਲ ਰਹਿਣਾ। ਤੇ ਮੈਨੂੰ ਲੱਗਦਾ ਕਿ ਬੱਚੇ ਦੇ ਲਈ ਉਹ ਜਵਾਬ ਦੇਣਾ ਬੜਾ ਔਖਾ ਹੋ ਜਾਂਦਾ ਕਿ ਮਾਂ ਦੇ ਨਾਲ ਰਹਿਣਾ ਜਾਂ ਪਿਓ ਦੇ, ਕਿਉਂਕਿ ਦੋਨਾਂ ਦਾ ਆਸਰਾ ਬੜਾ ਜ਼ਰੂਰੀ ਹੈ। ਪਰ ਜਦੋਂ ਹੌਲੀ ਹੌਲੀ ਉਹ ਚੀਜ਼ਾਂ ਦੇਖਣੀਆਂ ਸ਼ੁਰੂ ਕੀਤੀਆਂ, ਇੱਕ ਟਾਈਮ ਤੇ ਇਹੋ ਜਿਹਾ ਸੀਗਾ ਕਿ ਅਸੀਂ ਕਿਰਾਏ ਤੇ ਰਹਿੰਦੇ ਸੀ, ਮੇਰੇ ਮਦਰ ਆਟਾ ਗੁੰਨ ਰਹੇ ਸੀਗੇ, ਆਟਾ ਗੁੰਨਦੇ ਗੁੰਨਦੇ ਨਾ ਮੇਰੇ ਫਾਦਰ ਇੱਕਦਮ ਆਏ ਕਿਉਂਕਿ ਉਹ ਗੁੱਸੇ 'ਚ ਬਾਹਰੋਂ ਹੀ ਕਿਤੇ ਆਉਂਦੇ ਹੁੰਦੇ ਸੀਗੇ ਸ਼ਰਾਬ ਪੀ ਕੇ, ਆ ਕੇ ਉਹਨਾਂ ਨੇ ਮੇਰੇ ਮਦਰ ਦੇ ਪੇਚਕਾਸ ਮਾਰਨੇ ਸ਼ੁਰੂ ਕਰ ਦਿੱਤੇ ਸਿਰ ਦੇ ਵਿੱਚ। ਜਦੋਂ ਇਨਸੀਡੈਂਟ, ਕਿਉਂਕਿ ਮੈਂ ਛੋਟੀ ਸੀਗੀ, ਮੇਰੀ ਭੈਣ ਵੀ ਛੋਟੀ ਸੀ, ਮੇਰਾ ਬ੍ਰਦਰ ਵੀ ਛੋਟਾ ਸੀਗਾ, ਉਹ ਜਦੋਂ ਚੀਜ਼ਾਂ ਦੇਖੀਆਂ ਕਿ ਪੇਚਕਾਸ ਵੱਜ ਰਿਹਾ, ਆਟਾ ਜਿਹੜਾ ਆ ਉਹ ਉਧਰ ਨੂੰ ਗਿਰ ਗਿਆ, ਸਾਡੇ ਕੋਲ ਗੈਸ ਨਹੀਂ ਸੀ, ਸਟੋਵ ਸੀਗਾ, ਸਟੋਵ ਇੱਕ ਪਾਸੇ ਡਿੱਗ ਗਿਆ, ਉਹਦਾ ਤੇਲ ਜਿਹੜਾ ਮਿੱਟੀ ਦਾ ਤੇਲ ਆ ਉਹ ਇੱਕ ਪਾਸੇ ਡੋਲ ਦਿੱਤਾ ਗਿਆ ਤੇ ਮਦਰ ਨੂੰ ਕੰਟੀਨਿਊਸਲੀ ਕੁੱਟਿਆ ਜਾ ਰਿਹਾ। ਤੇ ਮੈਂ ਸੋਚ ਰਹੀ ਸੀਗੀ ਕਿ ਇੱਕ ਔਰਤ ਕਿੰਨੀ ਸ਼ਮਤਾ ਰੱਖਦੀ ਇੱਕ ਮਾਰ ਖਾਣ ਦੀ। ਚਲੋ ਇਹ ਤਾਂ ਮੈਨੂੰ ਲੱਗਣ ਲੱਗ ਗਿਆ ਸੀ ਸਾਡੀ ਜ਼ਿੰਦਗੀ ਦਾ ਇੱਕ ਪਾਰਟ ਹੈ, ਰੋਜ਼ ਕੁੱਟ ਪੈਣੀ ਹੈ, ਸਾਨੂੰ ਵੀ ਨਾਲ ਪੈਣੀ ਹੈ ਤੇ ਮਦਰ ਨੂੰ ਵੀ ਪੈਣੀ। ਮੇਰੇ ਮਦਰ ਘਰਾਂ ਦਾ ਕੰਮ ਕਰਦੇ ਸੀਗੇ, ਕੁੱਟ ਖਾਣੀ, ਆਪਣੇ ਨੀਲ ਲੁਕਾਉਣੇ ਉਹਨਾਂ ਨੇ ਕਿ ਕੋਈ ਪੁੱਛੂਗਾ ਇਹ ਹੋਇਆ ਕੀ, ਉਹ ਨਹੀਂ ਸੀ ਦੱਸ ਪਾਉਂਦੇ ਕਿਉਂਕਿ ਕੋਈ ਵੀ ਆਪਣੇ ਘਰ ਵਾਲੇ ਨੂੰ ਗਲਤ ਨਹੀਂ ਸੀ ਕਹਿ ਪਾਉਂਦਾ। ਮੈਂ ਹੌਲੀ ਹੌਲੀ ਜਦੋਂ ਵੱਡੀ ਹੋਈ, ਮੈਂ 7th ਕਲਾਸ 'ਚ ਆਈ, ਮੇਰੇ ਫਾਦਰ ਨੂੰ ਗਲੇ ਦਾ ਕੈਂਸਰ ਹੋ ਗਿਆ। ਉਹੀ ਲੇਡੀ ਜਿਹੜੀ ਬਹੁਤ ਕੁੱਟ ਖਾਂਦੀ ਸੀ, ਅਸੀਂ ਇੱਕ ਕਿਰਾਏ ਤੋਂ ਸ਼ਿਫਟ ਹੋ ਕੇ ਦੂਸਰੇ ਕਿਰਾਏ ਤੇ ਗਏ ਕਿਉਂਕਿ ਕਿਰਾਏਦਾਰ ਜਿਹੜਾ ਹੁੰਦਾ ਉਹਨੂੰ ਪਤਾ ਕਿ ਜਿੰਨੀ ਦੇਰ ਤੱਕ ਮੇਰੀ ਇੱਥੇ ਸਪੇਸ ਹੈ ਮੈਂ ਇੱਥੇ ਰਹਿਣਾ, ਫਿਰ ਉਹਨੇ ਕਿਸੇ ਹੋਰ ਜਗ੍ਹਾ ਤੇ ਜਾਣਾ। ਮੇਰੇ ਮਦਰ ਨੇ ਅੰਦਰ ਕੁੰਡਾ ਲਾ ਲਿਆ, ਮੇਰੇ ਫਾਦਰ ਨੇ ਦਰਵਾਜ਼ਾ ਤੋੜਤਾ, ਦਰਵਾਜ਼ਾ ਤੋੜਨ ਤੋਂ ਬਾਅਦ ਮੇਰੇ ਮੰਮਾ ਦੇ ਨਾ ਕੰਟੀਨਿਊਸਲੀ ਅੱਖਾਂ ਤੇ ਮਾਰਨਾ ਸ਼ੁਰੂ ਕਰਤਾ, ਗਲੇ ਤੇ ਪੈਰ ਰੱਖ ਦਿੱਤਾ ਕਿ ਅੱਜ ਤੈਨੂੰ ਮੈਂ ਮਾਰ ਹੀ ਦੇਣਾ। ਕਿਉਂਕਿ ਅਸੀਂ ਲਾਚਾਰ ਸੀਗੇ, ਤਿੰਨੋਂ ਭੈਣ ਭਰਾ ਸਟੈਂਡ ਨਹੀਂ ਸੀਗੇ, ਕੁਛ ਬੋਲ ਨਹੀਂ ਸੀ ਸਕਦੇ, ਗਲਤੀ ਵੀ ਨਹੀਂ ਸੀ ਦੱਸ ਸਕਦੇ ਕਿ ਉਹਨਾਂ ਦੀ ਗਲਤੀ ਹੈ ਜਾਂ ਕੀ ਹੈ, ਕੀ ਹੋ ਕੀ ਰਿਹਾ। ਮੈਂ, ਮੇਰਾ ਭਰਾ ਤੇ ਮੇਰੀ ਭੈਣ, ਅਸੀਂ ਤਿੰਨੋਂ ਇੱਕ ਸਾਈਡ ਤੇ ਬੈਠੇ ਹਾਂ, ਬਸ ਦੇਖ ਰਹੇ ਹਾਂ ਹੋ ਕੀ ਰਿਹਾ। ਜੇ ਅਸੀਂ ਵਿੱਚ ਜਾਂਦੇ ਹਾਂ ਛੁਡਾਣ ਤੇ ਸਾਨੂੰ ਵੀ ਮਾਰ ਪੈਂਦੀ ਹੈ। ਮੇਰੀ ਮਦਰ ਕੰਟੀਨਿਊਸਲੀ ਰੋਂਦੀ ਪਈ ਹੈ ਕਿ ਮੈਨੂੰ ਕੋਈ ਬਚਾ ਲਵੇ ਕਿਉਂਕਿ ਸਨ 2000 ਦੇ ਵਿੱਚ ਮੇਰੀ ਮਾਂ ਦੀ ਜੌਬ ਲੱਗੀ ਸੀਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ, ਲੱਦੇ ਰੀਜਨਲ ਕੈਂਪਸ ਜਲੰਧਰ ਦੇ ਵਿੱਚ ਹੈ। ਮੇਰੀ ਮਾਂ ਨੂੰ ਸੀਗਾ ਕਿ ਜਿਵੇਂ ਸਾਰਿਆਂ ਦੇ ਘਰ ਵਾਲੇ ਨੌਕਰੀਆਂ ਕਰਦੇ ਨੇ, ਮੇਰਾ ਵੀ ਕਰੇ। ਉਹਨੇ ਉਹਨੂੰ ਨੌਕਰੀ ਵੀ ਲਵਾਇਆ, ਪਰ ਉਹਨੂੰ ਨਹੀਂ ਸੀ ਪਤਾ ਕਿ ਉਹਦੇ ਨਾਲ ਆਹ ਚੀਜ਼ਾਂ ਹੋਣੀਆਂ। 7th ਕਲਾਸ 'ਚ ਆਈ ਮੈਂ, 7th 'ਚ ਮੇਰੇ ਫਾਦਰ ਨੂੰ ਗਲੇ ਦੇ ਕੈਂਸਰ ਕਰਕੇ ਉਹਨਾਂ ਦੀ ਡੈਥ ਹੋ ਗਈ, ਪਰ ਉਹ ਲੇਡੀ ਨੇ ਬਹੁਤ ਵਾਹ ਲਾਇਆ। ਮੈਨੂੰ ਜਦੋਂ ਲੱਗਾ ਕਿ ਘਰ ਦਾ ਮਾਹੌਲ ਬੜਾ ਸਾਡੇ ਅਜੀਬ ਕਿਸਮ ਦਾ, ਅੱਜ ਮੈਂ ਇਸ ਜਗ੍ਹਾ ਤੇ ਖੜੀ ਹਾਂ, ਜੇ ਮੇਰੇ ਫਾਦਰ ਹੁੰਦੇ ਨਾ ਸ਼ਾਇਦ ਮੈਂ ਇਸ ਜਗ੍ਹਾ ਤੇ ਨਾ ਖੜੀ ਹੁੰਦੀ ਕਿਉਂਕਿ ਮੇਰੇ ਫਾਦਰ ਬਹੁਤ ਸਟ੍ਰਿਕਟ ਸੀਗੇ। ਜਿਵੇਂ ਸਾਰਿਆਂ ਦੀ ਸੋਚ ਆ ਕਿ ਕੁੜੀ ਘਰੋਂ ਬਾਹਰ ਨਹੀਂ ਜਾਣੀ ਚਾਹੀਦੀ, ਕੁੜੀ ਮੁੰਡਿਆਂ ਦੇ ਨਾਲ ਨਹੀਂ ਘੁੰਮਣੀ ਚਾਹੀਦੀ, ਕੁੜੀ ਆਹ ਨਹੀਂ ਕਰਨੀ ਚਾਹੀਦੀ, ਉਹੋ ਜਿਹੀ ਸੋਚ ਵਾਲੇ ਮੇਰੇ ਫਾਦਰ ਸੀ। ਮੇਰੇ ਘਰ ਕਿਸੇ ਨੇ ਆਉਣਾ ਵੀ ਨਾ 100 ਵਾਰੀ ਸੋਚ ਸਮਝ ਕੇ ਆਂਦਾ ਸੀ ਕਿ ਉਹਦੇ ਫਾਦਰ ਹੋਣਗੇ, ਉਹਨਾਂ ਦੇ ਘਰ ਨਹੀਂ ਜਾਣਾ। ਅੱਜ ਮੈਂ ਆਪਣੀ ਮਾਂ ਕਰਕੇ ਇੱਥੇ ਖੜੀ ਹਾਂ। ਜਦੋਂ ਮੇਰੀ ਮਾਂ ਦੇ ਨਾਲ ਇਹ ਚੀਜ਼ਾਂ ਹੁੰਦੀਆਂ ਸੀਗੀਆਂ ਤੇ ਉਹ ਸਾਰੀਆਂ ਚੀਜ਼ਾਂ ਮੈਂ ਵੀ ਦੇਖਦੀ ਸੀ, ਮੇਰੇ ਭੈਣ ਭਰਾ ਵੀ ਦੇਖਦੇ ਸੀ, ਪਰ ਉਹ ਮਾਂ ਨੇ ਘਰ ਦੇ ਵਿੱਚੋਂ ਮੈਨੂੰ ਜਰਨਲਿਸਟ ਬਣਾਇਆ, ਮੈਂ ਐਮਏ ਇਨ ਜਰਨਲਿਜ਼ਮ।
ਭਰਾ ਨੂੰ ਜਰਨਲਿਜ਼ਮ ਕਰਵਾਈ, ਭੈਣ ਨੂੰ ਐਡਵੋਕੇਟ ਬਣਾਇਆ। ਉਹ ਮਾਂ ਨੇ ਕੀਤਾ ਸਾਰਾ ਕੁਝ। ਹੌਲੀ ਹੌਲੀ ਜਦੋਂ ਮੈਂ ਕਾਲਜ ਦੇ ਵਿੱਚ ਗਈ, ਸ਼ਰਮ ਆਉਂਦੀ ਸੀ ਕਿ ਮੈਂ ਦਲਿਤ ਹਾਂ, ਆਪਣੇ ਆਪ ਤੇ ਕਿਰਨਾ ਆਉਂਦੀ ਸੀਗੀ, ਕਈ ਵਾਰੀ ਰੋਣਾ ਵੀ ਆਉਂਦਾ ਸੀ ਵੀ ਯਾਰ ਆ ਲਾਈਨ 'ਚ ਲੱਗੀ ਆ ਨਾ ਤੇ ਮੈਂ ਦਲਿਤ ਦੀ ਟੈਗ ਲੈ ਕੇ ਖੜੀ ਆ ਕਿ ਮੈਂ ਦਲਿਤ ਹਾਂ। ਕਿਉਂਕਿ ਜਿਹੜੇ ਦੂਸਰੇ ਬੱਚੇ ਹੁੰਦੇ ਸੀਗੇ ਨਾ, ਉਹ ਮੈਨੂੰ ਕਹਿੰਦੇ ਲੈ ਤੂੰ ਜੇ ਕੈਟਾਗਰੀ ਹੈ ਨਾ ਜਿਹੜੀ ਤੇਰੀ ਐਸੀ, ਤੂੰ ਐਸੀ 'ਚ ਤੁਹਾਨੂੰ ਤਾਂ ਕਾਰਪੋਰੇਸ਼ਨ ਤੋਂ ਸਾਬਣ ਵੀ ਮਿਲਦਾ, ਗਲਵਜ਼ ਵੀ ਮਿਲਦੇ ਨੇ, ਆਹ ਵੀ ਮਿਲਦਾ। ਉਹ ਚੀਜ਼ਾਂ ਦਿਮਾਗ 'ਚ ਬੈਠ ਗਈਆਂ ਸੀ ਕਿ ਯਾਰ ਆਹ ਚੀਜ਼ਾਂ ਅਸੀਂ ਕਿਉਂ ਸੁਣੀਏ, ਅਸੀਂ ਫੀਸ ਵੀ ਦੇ ਰਹੇ ਹਾਂ, ਸਾਰਾ ਕੁਝ ਕਰ ਰਹੇ ਹਾਂ, ਠੀਕ ਹੈ ਲਾਈਨ 'ਚ ਦੂਸਰੇ ਬੱਚੇ ਦੇ ਤਾਂ ਜੇ ਅਸੀਂ ਸਾਥ ਦੇ ਰਹੇ, ਕੋਈ ਗੁਨਾਹ ਨਹੀਂ ਕਰ ਦਿੱਤਾ। ਪਰ ਜਦੋਂ ਚੀਜ਼ਾਂ ਚੱਲਦੀਆਂ ਗਈਆਂ, ਆਲੇ ਦੁਆਲੇ ਘੁੰਮਦੀਆਂ ਰਹੀਆਂ, ਜਦੋਂ ਮੈਂ ਐਗਜ਼ੀਬਿਸ਼ਨ ਤੇ ਇੱਕ ਸਟਾਲ ਤੇ ਲੱਗੀ ਸੀ, ਉੱਥੇ ਇੱਕ ਪੰਡਤ ਜੀ ਸੀਗੇ, ਉਹਨਾਂ ਦੇ ਮੈਂ ਪੈਪਲੇਟ ਵੰਡਦੀ ਹੁੰਦੀ ਸੀ। ਜਦੋਂ ਮੈਂ ਕਿਸੇ ਨੂੰ ਦੇਣੇ ਵੀ ਤੂੰ ਲੈ ਜਾ, ਆ ਤੂੰ ਲੈ ਜਾ, ਆ ਤੂੰ ਲੈ ਜਾ, ਉਹਨਾਂ ਨੇ ਚਲੇ ਜਾਣਾ, ਪਹਿਲਾਂ ਜਦੋਂ ਵਾਪਸ ਆਉਣਾ ਮਰੋੜ ਕੇ ਮੇਰੇ ਮੂੰਹ ਤੇ ਸੁੱਟ ਜਾਣਾ। ਮੈਂ ਬੋਲਦੀ ਨਹੀਂ ਸੀ ਉਦੋਂ ਇੰਨਾ, ਮੈਨੂੰ ਐਂ ਲੱਗਦਾ ਹੁੰਦਾ ਸੀਗਾ ਕਿ ਅੱਛਾ ਦੇ ਕੇ ਕਰਕੇ ਕੁਝ ਨਹੀਂ ਹੁੰਦਾ, ਕਿਉਂਕਿ ਮੈਨੂੰ 250 ਰੁਪਈਆ ਮਿਲਦਾ ਸੀ। ਮੈਨੂੰ ਇਹ ਹੁੰਦਾ ਸੀ ਕਿ ਅੱਜ ਜਿਨ੍ਹਾਂ ਨੇ ਮੇਰੇ ਮੂੰਹ ਤੇ ਪੇਪਰ ਮਾਰੇ ਨੇ, 250 ਮੇਰੇ ਘਰ ਆਉਣਾ, ਉਹ 250 ਹੀ ਮੇਰੇ ਲਈ ਬਹੁਤ ਵੱਡੀ ਗੱਲ ਹੁੰਦੀ ਸੀ। ਹੌਲੀ ਹੌਲੀ ਜਦੋਂ ਮੈਂ ਜ਼ਿਆਦਾ ਬੋਲਣ ਲੱਗ ਗਈ, ਇੱਕ ਕੇਂਦਰ ਸਰਕਾਰ ਵੱਲੋਂ ਪੈਟਰੋਲ ਕੰਜ਼ਰਵੇਸ਼ਨ ਦੀ ਇੱਕ ਸਟੋਰ ਲੱਗਦਾ ਹੁੰਦਾ ਸੀ ਕਿ ਉਹਦੇ ਵਿੱਚ ਅਵੇਅਰ ਕਰਨਾ ਪੈਟਰੋਲ ਲਈ, ਉਹ ਮੈਨੂੰ ਅੰਦਰ ਲੈ ਗਏ, ਉਹ ਮੈਨੂੰ 500 ਦੇਣ ਲੱਗ ਗਏ। ਓਨੈਸਟਲੀ ਦੱਸਾਂ ਨਾ, ਇਮਾਨਦਾਰੀ ਦੇ ਨਾਲ ਉਹ ਮੈਨੂੰ 500 ਬਹੁਤ ਵਧੀਆ ਲੱਗਦਾ ਸੀ। ਮੈਨੂੰ ਐਂ ਲੱਗਦਾ ਸੀਗਾ ਕਿ ਮੈਂ 500 ਨਹੀਂ 50,000 ਕਮਾ ਰਹੀ। ਜਦੋਂ ਮੇਰੇ ਫਾਦਰ ਦੀ ਡੈਥ ਹੋਈ ਸੀਗੀ, ਇਹ ਉਹੀ ਸ਼ਰੀਕਾ ਸੀਗਾ ਮੇਰਾ, ਜਿਹੜਾ ਸ਼ਰੀਕਾ ਮੇਰੀ ਮਾਂ ਨੂੰ ਕਹਿੰਦਾ ਸੀ ਲੈ ਇੰਨੇ ਕਿੱਥੋਂ, ਕਿਉਂਕਿ ਸੁਪਨਾ ਹੁੰਦਾ ਨਾ ਬੱਚਿਆਂ ਦਾ, ਉਹ ਕਹਿੰਦਾ ਤੂੰ ਕੀ ਕਰੇਂਗਾ ਵੱਡਾ ਹੋ ਕੇ, ਮੈਂ IPS ਬਣਾਂਗਾ, ਆਹ ਕਰਾਂਗਾ। ਮੇਰਾ ਵੀ ਸੀਗਾ, ਮੈਂ ਵੀ ਕਿਹਾ ਸੀ ਮੈਂ IPS ਬਣੂੰਗੀ। ਮੇਰੇ ਰਿਸ਼ਤੇਦਾਰ ਮੇਰੀ ਮਦਰ ਨੂੰ ਕਹਿਣ ਲੱਗ ਗਏ ਇੰਨੇ ਕਿੱਥੇ, ਕਹਿੰਦੇ ਕਰਵਾ ਲੈਣੀ IPS, ਜਿਹੜੀ ਘਰਾਂ ਦਾ ਕੰਮ ਕਰਦੀ ਇਹਦੇ ਪੱਲੇ ਕੀ ਹੈ। ਉਹੀ ਸ਼ਰੀਕਾ ਅੱਜ ਜਿਹੜਾ ਮੇਰੀ ਮਾਂ ਨੂੰ ਤਾਨੇ ਮਾਰਦਾ ਸੀ ਤੇ ਮੇਰੇ ਨਾਲ ਲੇਬਲ ਲਾਤਾ ਸੀ ਕਿ ਕੀਰਤੀ ਕਰੈਕਟਰਲੈਸ ਆ। ਕਿਉਂ ਕਰੈਕਟਰਲੈਸ ਸੀ? ਕਿਉਂਕਿ ਮੈਂ ਸਟ੍ਰੇਟ ਫੋਰਵਰਡ ਸੀਗੀ, ਠਾ ਦਿਨਾਂ ਮੂੰਹ ਤੇ ਗੱਲ ਕਰ ਦਿੰਦੀ ਸੀ। ਮੈਨੂੰ ਜੋ ਚੰਗਾ ਲੱਗਦਾ ਸੀਗਾ ਮੈਂ ਉਹਨੂੰ ਚੰਗਾ ਕਹਿੰਦੀ ਸੀ, ਜਿਹੜਾ ਮੈਨੂੰ ਮਾੜਾ ਲੱਗਦਾ ਸੀ ਮੈਂ ਉਹਨੂੰ ਮਾੜਾ ਕਹਿੰਦੀ ਸੀ। ਮੇਰੀ ਬਾਡੀ ਸਟਰਕਚਰ ਕੁਛ ਹੋਰ ਹਿਸਾਬ ਦਾ ਸੀਗਾ। ਕਾਲਜ ਦੇ ਵਿੱਚ ਵੀ ਲੋਕਾਂ ਨੇ ਕਹਿਣਾ ਕੀਰਤੀ ਸੈਕਸ ਐਡਿਕਟ ਆ, ਕਿ ਇਹਦੀ ਬਾਡੀ ਸਟਰਕਚਰ ਉੱਦਾਂ ਦਾ ਆ, ਇਹ ਪਤਾ ਨਹੀਂ ਕਿੰਨੇ ਕੁ ਇਹੋ ਜਿਹੇ ਰਿਲੇਸ਼ਨਸ 'ਚ ਹੋਣੀ ਹੈ। ਗੀਤ ਮੈਂ ਇੱਧਰੋਂ ਸੁਣਦੀ ਸੀ ਤਾਂ ਉੱਧਰੋਂ ਕੱਢ ਦਿੰਦੀ ਸੀ, ਮੈਨੂੰ ਫਰਕ ਨਹੀਂ ਸੀ ਪੈਂਦਾ। ਮਾਂ ਨੇ ਸਾਨੂੰ ਕਦੀ ਮਹਿਸੂਸ ਨਹੀਂ ਸੀ ਹੋਣ ਦਿੱਤਾ ਕਿ ਫਾਦਰ ਵੀ ਹੈ ਨਹੀਂ ਸਾਡੇ, ਕਿਉਂਕਿ ਮੇਰੀ ਮਾਂ ਹੀ ਪਿਓ ਸੀ ਤੇ ਪਿਓ ਹੀ ਮਾਂ ਸੀ। ਤੇ ਜਦੋਂ ਮੇਰੇ ਮਦਰ ਨੂੰ ਅਚਾਨਕ ਅਟੈਕ ਹੋ ਗਿਆ ਸੀਗਾ, ਪੈਰਾਲਾਈਜ਼ ਅਟੈਕ, ਬਦਕਿਸਮਤੀ ਮੇਰੀ ਕਿ ਮੈਂ ਉਸ ਦਿਨ ਥੋੜਾ ਲੇਟ ਹੋ ਗਈ ਸੀ ਘਰ ਜਾਣ ਦੇ ਲਈ। ਪਰ ਜਦੋਂ ਗਈ ਮੇਰੇ ਮਦਰ ਨੇ ਮੇਰੇ ਨਾਲ ਗੱਲਾਂ ਗੁੱਲਾਂ ਕੀਤੀਆਂ, ਸਭ ਕੁਝ ਕੀਤਾ। ਅਚਾਨਕ ਉਹਨਾਂ ਨੂੰ ਜਦੋਂ ਇਦਾਂ ਹੋਣਾ ਸ਼ੁਰੂ ਹੋਇਆ, ਮੈਨੂੰ ਨਹੀਂ ਸੀ ਪਤਾ ਕਿ ਉਹਨਾਂ ਨੂੰ ਦੰਦਲ ਪਈ ਹੈ, ਕਿਉਂਕਿ ਮੈਨੂੰ ਪਤਾ ਵੀ ਨਹੀਂ ਸੀ ਕਿ ਉਹ ਖੋਲ੍ਹਣੀ ਕਿੱਦਾਂ। ਮੈਂ ਇੱਕਦਮ ਪੌੜੀਆਂ ਤੋਂ ਉਤਰੀ ਤੇ ਮੈਂ ਜਾ ਕੇ ਆਂਟੀ ਨੂੰ ਬੁਲਾਇਆ ਕਿ ਆਂਟੀ ਆ ਕੇ ਮੇਰੇ ਮਦਰ ਨੂੰ ਦੇਖਿਓ ਹੋਇਆ ਕੀ। ਗੱਡੀ 'ਚ ਅਸੀਂ ਉਹਨਾਂ ਨੂੰ ਲੈ ਕੇ ਗਏ ਹਸਪੀਟਲ। ਜਦੋਂ ਉਹਨਾਂ ਦਾ ਟ੍ਰੀਟਮੈਂਟ ਸ਼ੁਰੂ ਹੋਇਆ, ਮੈਂ ਡਾਕਟਰ ਨੂੰ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਸਟ੍ਰੇਟ ਫੋਰਵਰਡਲੀ ਦੱਸਿਓ ਉਹਨਾਂ ਨੇ ਬਚਣਾ ਜਾਂ ਨਹੀਂ ਬਚਣਾ, ਮੈਂ ਬੜੀ ਹਿੰਮਤ ਵਾਲੀ ਹਾਂ, ਮੈਂ ਸੁਣ ਲੂੰਗੀ। ਪਰ ਉਹਨਾਂ ਨੇ ਨਹੀਂ ਮੈਨੂੰ ਦੱਸਿਆ, ਕਿਉਂਕਿ ਦਸੰਬਰ 'ਚ ਰੀਸੈਂਟਲੀ ਮੈਂ ਆਪਣੀ ਭੈਣ ਦਾ ਵਿਆਹ ਕੀਤਾ ਸੀਗਾ। ਮੈਂ ਆਪਣੀ ਮਾਂ ਦੇ ਨਾਲ ਮੋਢਾ ਲਾ ਕੇ ਇੰਝ ਖੜੀ ਸੀਗੀ, ਕਿਉਂਕਿ ਉਹਦੇ ਮੂੰਹ 'ਚ ਨਾ ਸਾਰਿਆਂ ਨੂੰ ਇਹ ਗੱਲਾਂ ਹੁੰਦੀਆਂ ਸੀਗੀਆਂ ਕੀਰਤੀ ਮੇਰਾ ਮੁੰਡਾ ਹੈ। ਉਹਨੂੰ ਕਿਸੇ ਨੇ ਪੁੱਛਣਾ ਨਾ ਕਿੱਥੋਂ ਕੀਤਾ, ਉਹਨੇ ਕਹਿਣਾ ਕੀਰਤੀ ਨੇ ਕੀਤਾ। ਪਰ ਜਦੋਂ ਉਹਨਾਂ ਦੀ ਡੈਥ ਹੋਈ, ਡੈਥ ਹੋਣ ਤੋਂ ਬਾਅਦ ਮੇਰੀ ਭੈਣ ਤੇ ਮੇਰਾ ਭਰਾ ਡਿਪਰੈਸ਼ਨ 'ਚ ਜਾ ਚੁੱਕੇ ਸੀਗੇ, ਕਿਉਂਕਿ ਮੇਰੀ ਸਿਸਟਰ ਦੀ ਰੀਸੈਂਟਲੀ ਮੈਰਿਜ ਹੋਈ ਸੀਗੀ ਤੇ ਬ੍ਰਦਰ ਮੇਰਾ ਮੇਰੇ ਤੋਂ ਥੋੜਾ 1 ਸਾਲ ਵੱਡਾ ਆ, ਪਰ ਉਹਨੂੰ ਮੈਂ ਬੱਚਿਆਂ ਵਾਂਗੂ ਪੈਂਪਰ ਕਰਦੀ ਹਾਂ। ਜਦੋਂ ਉਹਨਾਂ ਦੋਨੇ ਡਿਪਰੈਸ਼ਨ 'ਚ ਚਲੇ ਗਏ, ਮੈਂ ਘਰ ਦੇ ਵਿੱਚ ਐਟਮੋਸਫੇਅਰ ਚੰਗਾ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਹੱਸਣਾ ਉੱਚੀ ਉੱਚੀ, ਉਹਨਾਂ ਨੂੰ ਹਸਾਉਣਾ, ਕੰਮ ਤੋਂ ਆਉਣਾ, ਮੈਂ ਆਪਣੀ ਸਿਸਟਰ ਨੂੰ ਨਾਲ ਲੈ ਕੇ ਜਾਣਾ ਕਿ ਥੋੜ੍ਹਾ ਜਿਹਾ ਘੁੰਮੇ, ਕਿਉਂਕਿ ਉਹ ਉਸ ਸਿਚੁਏਸ਼ਨ 'ਚ ਉਸ ਕੰਡੀਸ਼ਨ 'ਚ ਨਹੀਂ ਸੀਗੀ ਕਿ ਉਹ ਡਿਪਰੈਸ਼ਨ 'ਚ ਰਹਿ ਸਕੇ। ਉਹਨੂੰ ਮੈਂ ਲੈ ਕੇ ਜਾਣਾ, ਘੁਮਾਉਣਾ ਕਿ ਉਹ ਥੋੜ੍ਹਾ ਜਿਹਾ ਐਟਮੋਸਫੇਅਰ ਉਹਦਾ ਚੇਂਜ ਹੋਊਗਾ। ਪਰ ਰਿਸ਼ਤੇਦਾਰਾਂ ਨੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਕੀਰਤੀ ਨੂੰ ਫਰਕ ਨਹੀਂ ਪਿਆ ਮਾਂ ਦੇ ਮਰੇ ਦਾ। ਕੀਰਤੀ ਤਾਂ ਬੜੀ ਖੁਸ਼ ਹੈ, ਕੀਰਤੀ ਸ਼ਾਇਦ ਇਹਦੀ ਮਾਂ ਹੁੰਦੀ ਤੇ ਉਹ ਵੀ ਦੇਖਦੀ ਜਾਂ ਉਹ ਦੇਖਦੀ ਹੋਏਗੀ ਉੱਥੇ, ਤੇ ਇਹਨੂੰ ਤਾਂ ਕੋਈ ਫਰਕ ਨਹੀਂ ਪਿਆ। ਤਾਂ ਮੇਰਾ ਦਿਲ ਜਾਣਦਾ ਸੀਗਾ ਕਿ ਮੈਨੂੰ ਫਰਕ ਪਿਆ ਜਾਂ ਨਹੀਂ ਪਿਆ, ਕਿਉਂਕਿ ਮੇਰੀ ਜਿਸ ਦਿਨ ਮਾਂ ਮਰੀ ਸੀਗੀ, ਮੈਨੂੰ ਉਸ ਦਿਨ ਫੀਲ ਹੋ ਗਿਆ ਸੀਗਾ ਕਿ ਅੱਜ ਮੇਰਾ ਮਾਂ ਬਾਪ ਦੋਨੋਂ ਹੀ ਖਤਮ ਹੋ ਗਏ। ਕਿ ਘਰ ਆਉਣਾ, ਮਾਂ ਨੂੰ ਆਵਾਜ਼ਾਂ ਮਾਰਨੀਆਂ ਮੰਮੀ ਅਸੀਂ ਆ ਗਏ, ਪਰ ਜਦੋਂ ਮੰਮੀ ਚਲੇ ਗਏ ਸਮਝ ਹੀ ਨਹੀਂ ਆਉਂਦੀ ਸੀ ਘਰ ਕਿਹਨੂੰ ਆਵਾਜ਼ਾਂ ਮਾਰੀਏ, ਕਿਉਂਕਿ
ਮੇਰੀ ਮਾਂ ਨੇ ਆਪਣੀ ਮਿਹਨਤ ਦੇ ਨਾਲ ਏਡਾ ਵੱਡਾ ਘਰ ਖੜਾ ਕਰ ਦਿੱਤਾ। ਉਹ ਸਾਰਾ ਸਾਡਾ ਹੀ ਸੀਗਾ, ਉਹ ਆਪਣੇ ਨਾਲ ਨਹੀਂ ਲੈ ਕੇ ਗਈ। ਤੇ ਉਹ ਵੱਡੇ ਘਰ ਦੇ ਵਿੱਚ ਜਦੋਂ ਆਵਾਜ਼ਾਂ ਮਾਰਨੀਆਂ ਸਮਝ ਨਹੀਂ ਆਉਂਦੀ ਸੀ ਕਿਹਨੂੰ ਆਵਾਜ਼ਾਂ ਮਾਰੀਏ, ਕਿਉਂਕਿ ਮਾਂ ਨਜ਼ਰ ਨਹੀਂ ਸੀ ਆਉਂਦੀ। ਤੇ ਉਹੀ ਰਿਸ਼ਤੇਦਾਰ ਕਿਸੇ ਨੇ ਬਾਂਹ ਨਹੀਂ ਫੜੀ ਸੀਗੀ, ਸਿਰਫ ਇਹ ਕਹਿੰਦੇ ਸੀਗੇ ਕੀਰਤੀ ਨੂੰ ਕੋਈ ਫਰਕ ਨਹੀਂ ਪਿਆ, ਕੀਰਤੀ ਬਹੁਤ ਖੁਸ਼ ਹੈ, ਜ਼ਿੰਦਗੀ ਬੜੀ ਵਧੀਆ ਜੀਂਦੀ ਪਈ। ਪਰ ਮੈਨੂੰ ਇਹ ਸੀਗਾ ਕਿ ਜੇ ਮੈਂ ਆਪਣੇ ਭੈਣ ਭਰਾਵਾਂ ਸਾਹਮਣੇ ਅੱਜ ਦੀ ਡੇਟ 'ਚ ਵੀ ਮੈਂ ਆਪਣੇ ਭੈਣ ਭਰਾਵਾਂ ਸਾਹਮਣੇ ਕਦੀ ਨਹੀਂ ਰੋਂਦੀ। ਕਦੀ ਕਿਉਂ ਨਹੀਂ ਰੋਂਦੀ? ਕਿਉਂਕਿ ਮੇਰੀ ਸਿਸਟਰ ਮੇਰੇ ਤੋਂ ਵੱਡੀ, ਭਰਾ ਵੀ ਵੱਡਾ, ਪਰ ਘਰ ਜਿਹਨੇ ਆਉਣਾ ਉਹਨੇ ਕਹਿਣਾ ਕੀਰਤੀ ਤੈਨੂੰ ਹੌਸਲਾ ਰੱਖਣਾ। ਇੱਕ ਪਾਸੇ ਤੁਸੀਂ ਦੇਖੋ ਸ਼ਰੀਕਾ ਕਿਹੋ ਜਿਹਾ ਹੁੰਦਾ, ਇੱਕ ਪਾਸੇ ਦਿਲਾਸਾ ਦੇਣਾ ਕੀਰਤੀ ਤੂੰ ਘਰ ਨੂੰ ਸਾਂਭ ਸਕਦੀ, ਕਿਉਂਕਿ ਤੂੰ ਬਹੁਤ ਹਿੰਮਤ ਵਾਲੀ ਹੈ, ਤੂੰ ਸਾਂਭ ਲੈਣਾ, ਤੂੰ ਸਾਰਾ ਕੁਝ ਦੇਖਣਾ, ਹੁਣ ਤੂੰ ਇਹਨਾਂ ਦੀ ਮਾਂ ਬਣਨਾ, ਤੂੰ ਇਹਨਾਂ ਨੂੰ ਹੁਣ ਧਿਆਨ ਰੱਖਣਾ ਇਹਨਾਂ ਦਾ, ਕਿਉਂਕਿ ਤੂੰ ਬੜਾ ਲੋਕਾਂ 'ਚ ਵਿਚਰਦੀ ਹੈ। ਆਹ ਹੌਸਲਾ ਹੋ ਗਿਆ। ਇੱਕ ਪਾਸੇ ਨਾਲ ਹੀ ਮੇਰਾ ਹੌਸਲਾ ਢਾ ਦੇਣਾ, ਇਹ ਤਾਂ ਖੁਸ਼ੀ ਬੜੀ ਹੈ, ਇਹਨਾਂ ਦੇ ਘਰ ਤਾਂ ਮੁੰਡੇ ਹੀ ਬੜੇ ਆਉਂਦੇ ਨੇ, ਇਹ ਤਾਂ ਇੱਦਾਂ ਕਰਦੀ ਉੱਦਾਂ ਕਰਦੀ। ਪਰ ਮੈਂ ਆਪਣੀ ਜ਼ਿੰਦਗੀ ਤੋਂ ਬਹੁਤ ਸੰਤੁਸ਼ਟ ਹਾਂ, ਕਿਉਂਕਿ ਜ਼ਿੰਦਗੀ ਨੇ ਮੈਨੂੰ ਅਚੀਵਮੈਂਟਸ ਬੜੀਆਂ ਦਿੱਤੀਆਂ। ਜੇ ਜ਼ਿੰਦਗੀ ਨੇ ਕਿਤੇ ਨਾ ਕਿਤੇ ਠੋਕਰਾਂ ਮਾਰੀਆਂ, ਠੋਕਰਾਂ ਨੇ ਮੈਨੂੰ ਸਿਖਾਇਆ ਬੜਾ ਕੁਝ। ਅੱਜ ਦੇ ਟਾਈਮ ਦੇ ਵਿੱਚ ਮੈਂ ਸਟਾਰਟਿੰਗ ਮੇਰੀ ਇੱਕ ਐਗਜ਼ੀਬਿਸ਼ਨ ਤੋਂ ਹੋਈ ਸੀ 250 ਤੋਂ। ਹੌਲੀ 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 ਮੈਂ ਅੰਦਰ ਗਈ, ਫਿਰ ਐਕਟੀਵਿਟੀਜ਼ ਸ਼ੁਰੂ ਕੀਤੀਆਂ, ਕਾਲਜ ਗਈ, ਥੀਏਟਰ ਸ਼ੁਰੂ ਕੀਤਾ। ਥੀਏਟਰ ਸ਼ੁਰੂ ਕਰਨ ਤੋਂ ਬਾਅਦ ਮੇਰੀ ਟ੍ਰੇਨਿੰਗ ਸ਼ੁਰੂ ਹੋ ਗਈ ਦੂਰਦਰਸ਼ਨ ਤੋਂ। ਟ੍ਰੇਨਿੰਗ ਤੋਂ ਬਾਅਦ ਅੱਜ ਮੈਂ ਜੌਬ ਕਰ ਰਹੀ ਹਾਂ ਜਲੰਧਰ ਸਿਟੀ ਲਾਈਫ 'ਚ। ਜੌਬ ਕਰਨ ਤੋਂ ਬਾਅਦ ਅੱਜ ਮੈਨੂੰ ਐਂ ਲੱਗਦਾ ਹੁੰਦਾ, ਪ੍ਰਾਊਡ ਫੀਲ ਹੁੰਦਾ ਆਪਣੇ ਆਪ 'ਤੇ। ਇਹ ਵੀ ਸੋਚਦੀ ਹੁੰਦੀ ਕਿ ਅੱਜ ਮੇਰੀ ਮਾਂ ਹੁੰਦੀ ਤੇ ਉਹ ਵੀ ਬੜਾ ਪ੍ਰਾਊਡ ਫੀਲ ਕਰਦੀ ਕਿ ਮੇਰੀ ਕੁੜੀ ਕਿਸ ਮੁਕਾਮ 'ਤੇ ਪਹੁੰਚ ਗਈ। ਤੇ ਨਾਲ ਦੀ ਨਾਲ ਮੈਂ ਦੱਸਦਾ ਕਿ ਮੈਂ ਆਪਣੇ ਘਰ 'ਚੋਂ ਸਭ ਤੋਂ ਛੋਟੀ ਹਾਂ, ਦੋਨਾਂ ਭੈਣ ਭਰਾਵਾਂ ਤੋਂ ਛੋਟੀ ਹਾਂ, ਪਰ ਦੋਨਾਂ ਨੂੰ ਮੈਂ ਸਾਂਭਦੀ ਪਈ ਹਾਂ, ਮੈਂਟਲੀ ਵੀ ਤੇ ਦੂਸਰੇ ਢੰਗ ਦੇ ਨਾਲ ਵੀ, ਕਿ ਉਹਨਾਂ ਨੂੰ ਮਹਿਸੂਸ ਨਾ ਹੋਵੇ ਕਿ ਉਹਨਾਂ ਦੀ ਮਾਂ ਹੈ ਨਹੀਂ। ਖੁਸ਼ੀ ਵੀ ਹੁੰਦੀ ਹੈ ਤੇ ਸ਼ਾਇਦ ਮਾਂ ਹੁੰਦੀ ਤੇ ਉਹ ਵੀ ਦੇਖਦੀ। ਜਦੋਂ ਰੀਤੀ ਰਿਵਾਜ ਹੁੰਦੇ ਉਹ ਸਾਰੇ ਮੈਂ ਕਰ ਰਹੀ, ਮੈਂ ਸਿੰਗਲ ਕੁੜੀ ਹਾਂ, ਘਰ ਦਾ ਖਰਚਾ ਵੀ ਕਰ ਰਹੀ ਹਾਂ, ਲੈਣ ਦੇਣ ਵੀ ਕਰ ਰਹੀ ਹਾਂ, ਤੇ ਕੋਈ ਮੈਨੂੰ ਪੁੱਛਣ ਨਹੀਂ ਆ ਸਕਦਾ, ਕਿਉਂਕਿ ਮੈਂ ਆਪਣੀ ਆਪ ਦੀ ਔਨਰ ਹਾਂ। ਆਪਣੇ ਆਪ ਦੇ ਨਾਲ ਹੀ ਲੜ ਲੜ ਕੇ ਅੱਗੇ ਵਧੀ ਹਾਂ। ਫੀਲਡ 'ਚ ਜਾਂਦੀ ਹਾਂ, ਰਾਤੀ 1 ਵਜੇ ਖਬਰ ਹੁੰਦੀ, ਮੈਂ 1 ਵਜੇ ਜਾਂਦੀ, ਰਾਤੀ 2 ਵਜੇ ਖਬਰ ਵੀ ਆ ਜਾਵੇ ਮੈਂ 2 ਵਜੇ ਜਾਂਦੀ। ਕਈ ਵਾਰੀ ਮੇਰਾ ਬ੍ਰਦਰ ਕਹਿਣ ਲੱਗ ਜਾਂਦਾ ਕਿ ਤੂੰ ਕੀ ਮੈਨੂੰ ਸੌਣ ਵੀ ਦੇ ਦਿਆ ਕਰ, ਤੂੰ ਮੈਨੂੰ ਖਬਰਾਂ ਤੇ ਤੋਰੀ ਰੱਖਦੀ। ਮੈਂ ਚਾਹੁੰਦੀ ਨਹੀਂ ਜਿੱਦਾਂ ਮੈਂ ਹੰਡ ਗਈ ਹਾਂ ਨਾ, ਕਿਉਂਕਿ ਮੈਂ ਹਰ ਇੱਕ ਚੀਜ਼ ਪਿੰਡੇ ਹੰਡਾ ਲਈ। ਅੱਜ ਮੈਨੂੰ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਕੋਈ ਫਰਕ ਨਹੀਂ ਪੈਂਦਾ ਕਿ ਕੌਣ ਕੀ ਕਹਿ ਰਿਹਾ, ਕੌਣ ਕੀ ਨਹੀਂ ਕਰ ਰਿਹਾ, ਕੋਈ ਕਰੈਕਟਰਲੈਸ ਕਹਿ ਰਿਹਾ ਜਾਂ ਚਰਿੱਤਰ ਜੋ ਵੀ ਕਹਿ ਰਿਹਾ, ਕਿਉਂਕਿ ਮੈਨੂੰ ਕਰੈਕਟਰਲੈਸ ਸ਼ਬਦ ਨਾਲ ਬਹੁਤ ਪਿਆਰ ਆ। ਜੇ ਉਹ ਕੋਈ ਕਹਿੰਦਾ ਮੈਂ ਐਕਸੈਪਟ ਕਰਦੀ ਹਾਂ ਕਿ ਮੈਂ ਕਰੈਕਟਰਲੈਸ ਹੈਗੀ, ਤੂੰ ਬਣ ਕੇ ਦਿਖਾ, ਕੋਈ ਨਹੀਂ ਬਣ ਸਕਦਾ ਕਿਸੇ ਵਰਗਾ। ਅੰਤ 'ਚ ਇਹੀ ਕਹਾਂਗੀ ਕਿ ਜ਼ਿੰਦਗੀ ਜਿਹੜੀ ਹੈ ਚੱਲਦੀ ਦਾ ਨਾਂ ਜ਼ਿੰਦਗੀ ਹੈ, ਜੇ ਚੱਲਦੀ ਨਹੀਂ ਰਹੇਗੀ ਜ਼ਿੰਦਗੀ ਤੇ ਖੜ ਜੂਗੀ। ਤੇ ਇਸ ਲਈ ਉਹਨੂੰ ਚਲਾਉਂਦੇ ਰਹੋ ਜ਼ਿੰਦਗੀ ਨੂੰ ਆਪਣੇ ਢੰਗ ਨਾਲ ਜੀਓ, ਕਿਉਂਕਿ ਲੋਕਾਂ ਕਹਿੰਦੇ ਨਾ ਤੰਦ ਨੂੰ ਉਹਨੂੰ ਤੰਦੇ ਨੂੰ ਇੱਕ ਪਾਸੇ ਤੇ ਦੁਨੀਆ ਨੂੰ 2 ਪਾਸੇ ਮੂੰਹ ਲੱਗੇ ਹੁੰਦੇ। ਸੋ ਦੁਨੀਆ ਜਿਹੜੀ ਹੈ ਨਾ, ਦੁਨੀਆ ਖੱਚਰੀ ਆ। ਤੁਹਾਨੂੰ ਹੱਸਦੇ ਨੂੰ ਵੀ ਨਹੀਂ ਜਰਨਾ ਉਹਨਾਂ ਨੇ ਤੇ ਰੋਂਦੇ ਨੂੰ ਵੀ ਨਹੀਂ ਜਰਨਾ। ਤੇ ਦੁਨੀਆ ਨੇ ਤੁਹਾਨੂੰ ਘਰ ਆਂਦਿਆਂ ਨੂੰ ਕੁਝ ਦੇ ਨਹੀਂ ਦੇਣਾ। ਦੁਨੀਆਦਾਰੀ ਛੱਡ ਕੇ ਆਪਣੇ ਆਪ ਲਈ ਜੀਓ। ਜਦੋਂ ਤੁਸੀਂ ਆਪਣੇ ਆਪ ਨੂੰ ਪਿਆਰ ਕਰਨਾ ਸ਼ੁਰੂ ਕਰ ਦੋਗੇ ਨਾ, ਤੁਹਾਨੂੰ ਲੱਗੂਗਾ ਕਿ ਯਾਰ ਮੈਂ ਆ। ਜੋ ਤੁਸੀਂ ਕਹੋਗੇ ਕਿ ਮੈਂ ਫਲਾਣੇ ਵਰਗੀ ਬਣ ਜਾਵਾਂ, ਮੈਂ ਢਮਕਾਨੇ ਵਰਗੀ, ਉਹ ਤੁਸੀਂ ਕਦੇ ਨਹੀਂ ਬਣ ਸਕਦੇ ਤੇ ਉਹ ਸੁਪਨਾ ਵੀ ਨਹੀਂ ਲੈਣਾ ਚਾਹੀਦਾ। ਇਹ ਕਹੋ ਕਿ ਯਾਰ ਮੈਂ ਇੰਨੀ ਚੀਜ਼ ਆ ਨਾ, ਮੇਰੇ ਕੋਲ ਮੈਂ ਇਹਦੇ 'ਚ ਸੰਤੁਸ਼ਟ ਹਾਂ, ਤਾਂ ਹੀ ਉਹ ਜ਼ਿੰਦਗੀ ਜਿਹੜੀ ਆ ਅੱਗੇ ਲੰਘ ਸਕਦੀ ਤੇ ਤੁਸੀਂ ਕੋਈ ਨਾ ਕੋਈ ਮੁਕਾਮ ਜਿਹੜਾ ਉਹ ਹਾਸਲ ਕਰ ਸਕਦੇ ਹੋ। ਧੰਨਵਾਦ। ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।